आ गई है। हाँ जी, सारिਆਂ ਦਾ ਮੇਰੇ ਪ੍ਰੈਸ ਵਾਲੇ ਭਰਾਵਾਂ ਦਾ ਬਹੁਤ ਬਹੁਤ ਅੱਜ ਧੰਨਵਾਦ। ਅੱਜ ਅਸੀਂ ਇੱਕ ਬਹੁਤ ਅਹਿਮ ਮੁੱਦੇ ਵਾਸਤੇ ਇੱਥੇ ਇੱਕ ਇਕੱਠੇ ਹੋਏ ਹਾਂ। ਸਾਰੇ ਸਾਡੀ ਆਮ ਆਦਮੀ ਪਾਰਟੀ ਦਸੂਹਾ ਦੀ ਸਾਰੀ ਟੀਮ ਸ਼ਹਿਰ ਦੀ ਇੱਥੇ ਬੈਠੀ ਹੈ। ਤੁਸੀਂ ਸਾਰੇ ਜਾਣੇ ਜਾਣਦੇ ਹੋ ਕਿ 30 ਤਰੀਕ ਨੂੰ ਪੰਜਾਬ ਵਿਧਾਨ ਸਭਾ ਦਾ ਜੋ ਸੈਕੰਡ ਸੈਸ਼ਨ ਖਤਮ ਹੋਇਆ ਇਸ ਵਾਰ, ਤੇ ਇਸ ਵਾਰ ਅਸੀਂ ਪਹਿਲੀ ਵਾਰ ਉੱਥੇ ਜਾ ਕੇ ਸਾਨੂੰ ਬੋਲਣ ਦਾ ਮੌਕਾ ਮਿਲਿਆ। ਜਿਹੜੀ ਡਿਊਟੀ ਸਾਡੀ ਆਮ ਪਾਰਟੀ ਵੱਲੋਂ ਦਸੂਹਾ ਦੇ ਲੋਕਾਂ ਨੇ ਲਗਾਈ ਸੀਗੀ ਕਿ ਉੱਥੇ ਜਿਹੜੇ ਇਲਾਕੇ ਦੀਆਂ ਮੁਸ਼ਕਿਲਾਂ ਨੇ, ਇਲਾਕੇ ਦੀਆਂ ਸਮੱਸਿਆਵਾਂ ਨੇ, ਉਹਨਾਂ ਨੂੰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਲੈ ਕੇ ਜਾਣਾ। ਅਤੇ ਮੈਨੂੰ ਇਸ ਗੱਲ ਦਾ ਮਾਣ ਵੀ ਹੈ ਕਿ ਦਸੂਹੇ ਦੇ ਲੋਕਾਂ ਨੇ ਸਾਡੇ 'ਤੇ ਬਹੁਤ ਵੱਡਾ ਆਸ਼ੀਰਵਾਦ ਰੱਖਿਆ ਸੀ, ਸਾਡੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਿਆ ਸੀ। ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੇ ਵਿਧਾਨ ਸਭਾ ਦੇ ਵਿੱਚ ਦਸੂਹੇ ਦੀਆਂ ਜਿਹੜੀਆਂ ਮੁਸ਼ਕਿਲਾਂ ਨੇ, ਜੋ ਇਲਾਕੇ ਦੀਆਂ ਮੁਸ਼ਕਿਲਾਂ ਨੇ, ਆਮ ਲੋਕਾਂ ਦੀਆਂ ਮੁਸ਼ਕਿਲਾਂ ਨੇ, ਉਹਨੂੰ ਵਿਧਾਨ ਸਭਾ ਦੇ ਵਿੱਚ ਚੁੱਕਿਆ ਜਾ ਸਕੇ। ਜੋ ਇਲਾਕੇ ਦੇ ਵਿੱਚ ਲੰਬੇ ਸਮੇਂ ਤੋਂ ਨਹੀਂ ਹੋਇਆ, ਕਿਉਂਕਿ ਜੋ ਪਿਛਲਾ ਰਿਕਾਰਡ ਬੋਲਦਾ ਆ, ਅੱਜ ਤੱਕ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕਿਸੇ ਨੇ ਵੀ ਦਸੂਹੇ ਹਲਕੇ ਵਾਸਤੇ ਸਵਾਲ ਨਹੀਂ ਕੀਤੇ। ਅਤੇ ਪਹਿਲੀ ਵਾਰ ਹੋਇਆ ਕਿ ਦਸੂਹੇ ਹਲਕੇ ਦੇ ਸਵਾਲ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਚੁੱਕੇ ਗਏ ਨੇ। ਅਤੇ ਸਾਨੂੰ ਇਸ ਗੱਲ ਦਾ ਮਾਣ ਵੀ ਹੈ ਕਿ ਅਸੀਂ ਆਮ ਆਦਮੀ ਪਾਰਟੀ ਦੇ ਮੈਂਬਰ ਹਾਂ, ਅਤੇ ਆਮ ਆਦਮੀ ਪਾਰਟੀ ਨੇ ਸਾਨੂੰ ਜੇ ਮੌਕਾ ਦਿੱਤਾ ਟਿਕਟ ਦੇ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ, ਅਤੇ ਅਸੀਂ ਲੋਕਾਂ ਦੀ ਆਵਾਜ਼ ਬਣ ਕੇ ਵਿਧਾਨ ਸਭਾ ਦੇ ਵਿੱਚ ਜਾ ਕੇ ਲੋਕਾਂ ਦੀ ਆਵਾਜ਼ ਰੱਖੀ ਹੈ। ਸੋ ਸਭ ਤੋਂ ਜਿਹੜਾ ਅਹਿਮ ਇਸ਼ੂ ਸੀਗਾ, ਜੋ ਲੰਬੇ ਸਮੇਂ ਦੀ ਦਸੂਹੇ ਦੇ ਲੋਕਾਂ ਦੀ ਮੰਗ ਸੀਗੀ ਕਿ ਦਸੂਹੇ ਨੂੰ ਜ਼ਿਲ੍ਹਾ ਬਣਾਇਆ ਜਾਵੇ। ਅੱਜ ਤੱਕ ਕਿਸੇ ਨੇ ਆਵਾਜ਼ ਨਹੀਂ ਬੁਲੰਦ ਕੀਤੀ ਸੀ ਦਸੂਹਾ ਨੂੰ ਜ਼ਿਲ੍ਹਾ ਬਣਾਉਣ ਵਾਸਤੇ। ਚਾਹੇ ਮੰਤਰੀ ਸਾਹਿਬ ਨੇ ਜਵਾਬ ਉਹਦਾ ਨਾਂ ਦੇ ਵਿੱਚ ਵੀ ਦਿੱਤਾ ਹੋਵੇ, ਪਰ ਅਸੀਂ ਆਪਣੀ ਆਵਾਜ਼ ਉੱਥੇ ਬੁਲੰਦ ਕੀਤੀ ਹੈ। ਅਤੇ ਬਾਅਦ ਵਿੱਚ ਮੁੱਖ ਮੰਤਰੀ ਸਾਹਿਬ ਨੇ ਉਹਦਾ ਜਵਾਬ ਵੀ ਸਾਨੂੰ ਦਿੱਤਾ ਕਿ ਇਸ ਉੱਤੇ ਵਿਚਾਰ ਕੀਤਾ ਜਾਊਗਾ। ਉਹ ਬੜੇ ਮਾਣ ਵਾਲੀ ਗੱਲ ਆ ਸਾਡੇ ਵਾਸਤੇ, ਅਤੇ ਇੱਕ ਖੁਸ਼ੀ ਵਾਲੀ ਗੱਲ ਹੀ ਹੈ ਕਿ ਜਿਹੜੀ ਲੰਬੇ ਸਮੇਂ ਦੀ ਦਸੂਹਾ ਵਾਸੀਆਂ ਦੀ ਮੰਗ ਸੀਗੀ ਉਹ ਸ਼ੁਰੂ ਹੋ ਗਈ ਆ। ਅਤੇ ਅਸੀਂ ਇਸ ਕੰਮ ਵਾਸਤੇ ਪੂਰੀ ਮਿਹਨਤ ਦੇ ਨਾਲ ਤੇ ਸਾਰੇ ਲੋਕਾਂ ਨੂੰ ਨਾਲ ਲੈ ਕੇ ਇਸ ਉੱਤੇ ਪੂਰਾ ਪਹਿਰਾ ਦਿਆਂਗੇ। ਦਸੂਹੇ ਨੂੰ ਜਿਹੜੀ ਜ਼ਿਲ੍ਹੇ ਬਣਾਉਣ ਦੀ ਮੰਗ ਆ, ਉਹ ਪਹਿਲੇ ਨੰਬਰ ਦੇ ਵਿੱਚ ਪੰਜਾਬ ਦੇ ਵਿਧਾਨ ਸਭਾ ਦੇ ਵਿੱਚ ਚੱਕੀ ਗਈ ਹੈ। ਕੁੱਲ ਮੇਰੇ 15 ਸਵਾਲ ਵਿਧਾਨ ਸਭਾ ਦੇ ਵਿੱਚ ਲੱਗੇ ਸੀ, ਉਹਦੇ ਵਿੱਚੋਂ ਸਾਰਿਆਂ ਦਾ ਜਵਾਬ ਜੋ ਮਹਿਕਮਿਆਂ ਵੱਲੋਂ ਵੱਖਰੇ ਮਹਿਕਮਿਆਂ ਵੱਲੋਂ ਆਇਆ, ਕਈਆਂ ਦਾ ਹਾਂ ਪੱਖੀ ਜਵਾਬ ਆਇਆ, ਕਈਆਂ ਦਾ ਨਾ ਪੱਖੀ ਵੀ ਜਵਾਬ ਆਇਆ, ਕਈਆਂ ਦੇ ਜਵਾਬ ਉਹਨਾਂ ਦਾ ਆਇਆ ਕਿ ਅਸੀਂ ਇਹਨਾਂ ਉੱਤੇ ਵਿਚਾਰ ਕਰਾਂਗੇ। ਜ਼ਿਲ੍ਹਾ ਬਣਾਉਣ ਵਾਲਾ ਸਾਡਾ ਪਹਿਲਾ ਸਵਾਲ ਸੀ। ਦੂਸਰੇ ਨੰਬਰ 'ਤੇ ਜੋ ਸਾਡੇ ਸਕੂਲਾਂ ਦੇ ਵਿੱਚ ਜੋ ਹਾਲਾਤ ਕਈ ਸਕੂਲਾਂ ਦੇ ਬਹੁਤ ਮਾੜੇ ਆ, ਉਹਨਾਂ ਦਾ ਸਵਾਲ ਚੁੱਕਿਆ ਗਿਆ। ਕੰਢੀ ਦੇ ਇਲਾਕੇ 'ਚ ਸਕੂਲਾਂ ਦੇ ਹਾਲਾਤਾਂ ਦੀ ਬਿਲਡਿੰਗ ਦੀ ਹਾਲਾਤ ਬਹੁਤ ਮਾੜੀ ਸੀ। ਉਹਦੇ ਬਾਰੇ ਐਜੂਕੇਸ਼ਨ ਮਿਨਿਸਟਰ ਨੇ ਸਾਨੂੰ ਜ਼ਰੂਰ ਉਹਦਾ ਜਵਾਬ ਦਿੱਤਾ ਹੈ ਕਿ ਜਲਦੀ ਜਿਹੜੇ ਸਕੂਲ ਹੈਗੇ ਨੇ ਉਹਨਾਂ ਦੀ ਲਿਸਟ ਮੰਗਾ ਕੇ ਉਹਨਾਂ ਨੂੰ ਠੀਕ ਕੀਤਾ ਜਾਊਗਾ। ਤੀਸਰੇ ਨੰਬਰ 'ਤੇ ਇੱਕ ਬੜੀ ਵੱਡੀ ਮੰਗ ਸੀ ਸਾਡੇ ਜੋ ਕਿਸਾਨ ਭਰਾ ਸੀ ਜਾਂ ਜ਼ਿਮੀਂਦਾਰ ਭਰਾ ਸੀਗੇ ਜਾਂ ਹੋਰ ਕਮਿਊਨਿਟੀ ਦੇ ਲੋਕ ਸੀਗੇ ਕਿ ਵੈਟਰਨਰੀ ਹੌਸਪੀਟਲ ਜਿਹੜੇ ਆ ਉਹਨਾਂ ਦੀ ਹਾਲਾਤ ਬਹੁਤ ਮਾੜੀ ਸੀਗੀ। ਅਤੇ ਜਿਹੜੀ ਵੈਟਰਨਰੀ ਹੌਸਪੀਟਲ ਦੇ ਵਿੱਚ ਪੋਸਟਾਂ ਨੇ ਖਾਲੀ ਨੇ, ਸਟਾਫ ਦੀ ਕਮੀ ਸੀ, ਉਹਦਾ ਜਵਾਬ ਵੀ ਸਾਨੂੰ ਬੜਾ ਵਧੀਆ ਮਿਲਿਆ ਕਿ ਬਹੁਤ ਜਲਦ ਜਿਹੜੀਆਂ ਇੱਥੇ 20 ਅਸਾਮੀਆਂ ਨੇ 10 ਭਰੀਆਂ ਹੋਈਆਂ ਨੇ, 10 ਅਸਾਮੀਆਂ ਦਸੂਹੇ ਦੇ ਵੈਟਰਨਰੀ ਹੌਸਪੀਟਲਾਂ ਦੇ ਵਿੱਚ ਭਰੀਆਂ ਜਾਣਗੀਆਂ। ਵੀ ਇੱਕ ਬੜੀ ਵੱਡੀ ਮੰਗ ਸੀਗੀ ਲੋਕਾਂ ਦੀ, ਉਹ ਉੱਥੇ ਆਪਾਂ ਚੁੱਕੀ ਹੈ। ਇੱਕ ਚਲੋ ਇਹ ਸਵਾਲ ਉੱਤੇ ਸਾਡਾ ਲੱਗਾ ਜ਼ਰੂਰ ਸੀਗਾ, ਪਰ ਫਾਈਨਾਂਸ ਮਿਨਿਸਟਰ ਸਾਹਿਬ ਉੱਧਰ ਨਹੀਂ ਸੀਗੇ। ਸਾਰੇ ਮੁਲਾਜ਼ਮ ਵਰਗ ਦਾ ਬੜਾ ਵੱਡਾ ਇੱਕ ਇਸ਼ੂ ਆ ਕਿ ਜਿਹੜੀ ਪੁਰਾਣੀ ਪੈਨਸ਼ਨ ਬਹਾਲੀ ਜਿਹੜੀ ਸਕੀਮ ਆ 2004 ਤੋਂ ਬੰਦ ਆ, ਉਹਨੂੰ ਲਾਗੂ ਕਰਾਉਣ ਬਾਰੇ ਮੈਂ ਸਵਾਲ ਉਹਦਾ ਰੱਖਿਆ ਸੀਗਾ ਵਿਧਾਨ ਸਭਾ ਦੇ ਵਿੱਚ। ਉਦੋਂ ਫਾਈਨਾਂਸ ਮਿਨਿਸਟਰ ਸਾਹਿਬ ਨਹੀਂ ਆਏ, ਪਰ ਉਹਦਾ ਜਵਾਬ ਸਾਨੂੰ ਜ਼ਰੂਰ ਲਿਖਤੀ ਰੂਪ ਦੇ ਵਿੱਚ ਮਿਲਿਆ ਕਿ ਉਹਨਾਂ ਨੇ ਕਿਹਾ ਕਿ ਇਹਦੇ ਉੱਤੇ ਵਿਚਾਰ ਚੱਲ ਰਹੀ ਹੈ, ਸਾਡੀ ਸਰਕਾਰ ਪੁਰਾਣੀ ਪੈਨਸ਼ਨ ਬਹਾਲੀ ਵਾਸਤੇ ਉੱਤੇ ਵਿਚਾਰ ਕਰ ਰਹੀ ਹੈ। ਇੱਕ ਬੜਾ ਪੋਜ਼ੀਟਿਵ ਰਿਸਪੌਂਸ ਸਾਡੀ ਸਰਕਾਰ ਵੱਲੋਂ ਦਿੱਤਾ ਗਿਆ। ਮੈਂ ਸਾਰੇ ਮੁਲਾਜ਼ਮ ਭਾਈਚਾਰੇ ਨੂੰ ਇਹ ਵਿਸ਼ਵਾਸ ਵੀ ਦਿਵਾਉਂਦਾ ਕਿ ਜਿਹੜੀ ਉਹਨਾਂ ਦੀ, ਕਿਉਂਕਿ ਮੁਲਾਜ਼ਮ ਭਾਈਚਾਰੇ ਨੇ ਸਾਨੂੰ ਬਹੁਤ ਵੋਟਾਂ ਪਾਈਆਂ ਨੇ ਇਸ ਵੇਲੇ, ਅਤੇ ਉਹਨਾਂ ਦੀ ਜਿਹੜੀ ਜਾਇਜ਼ ਮੰਗ ਸੀਗੀ ਉਹ ਆਪਾਂ ਵਿਧਾਨ ਸਭਾ ਦੇ ਵਿੱਚ ਚੁੱਕੀ ਹੈ। ਉਸ ਤੋਂ ਬਾਅਦ ਕੰਢੀ ਏਰੀਆ ਨੂੰ ਟੂਰਿਜ਼ਮ ਬਣਾਉਣ ਦਾ ਇੱਕ ਸਵਾਲ ਆਪਾਂ ਪੁੱਛਿਆ ਸੀਗਾ ਮੰਤਰੀ ਸਾਹਿਬ ਦੇ ਕੋਲੋਂ, ਸਪੀਕਰ ਸਾਹਿਬ ਦੇ ਥਰੂ, ਅਤੇ ਉਹਨਾਂ ਨੇ ਵੀ ਇਹ ਜਵਾਬ ਦਿੱਤਾ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਸਰਕਾਰ ਟੂਰਿਜ਼ਮ ਨੂੰ ਉਤਸ਼ਾਹਿਤ ਕਰ ਰਹੀ ਹੈ। ਇਹ ਬੜਾ ਇੱਕ ਪੋਜ਼ੀਟਿਵ ਸਾਈਨ ਹੈ ਸਾਡੇ ਵਾਸਤੇ ਕਿ ਕੰਢੀ ਦੇ ਇਲਾਕੇ ਨੂੰ ਜੇ ਆਪਾਂ ਬਿਹਤਰ ਬਣਾਉਣਾ ਹੈ, ਕੰਢੀ ਦੇ ਇਲਾਕੇ ਨੂੰ ਸੁਧਾਰ ਕਰਨਾ ਹੈ, ਅਤੇ ਉਹ ਟੂਰਿਜ਼ਮ ਪਲੇਸ ਬਣਾਉਣਾ ਬਹੁਤ ਜ਼ਰੂਰੀ ਹੈ। ਅਤੇ ਮੈਨੂੰ ਉਮੀਦ ਹੈ ਕਿ ਇਹ ਬਹੁਤ ਜਲਦੀ ਸਾਡੇ ਇੱਥੇ ਵੀ ਕੰਮ ਸ਼ੁਰੂ ਹੋਵੇਗਾ। ਉਸ ਤੋਂ ਬਾਅਦ ਜਿਹੜੇ ਕਮਾਈ ਦੇ ਵੀ ਸਾਡਾ ਹੌਸਪੀਟਲ ਆ, ਉਹਦੇ ਵਿੱਚ ਸਟਾਫ ਦੀ ਕਮੀ ਨੂੰ ਲੈ ਕੇ ਸਵਾਲ ਕੀਤਾ ਗਿਆ। ਉਹਦਾ ਜਵਾਬ ਵੀ ਸਾਨੂੰ ਆਇਆ ਕਿ ਜਲਦੀ ਜਿਹੜੀਆਂ ਪੋਸਟਾਂ ਖਾਲੀ ਨੇ ਉਹਨੂੰ ਭਰਿਆ ਜਾਊਗਾ, ਤਾਂ ਜੋ ਜਿਹੜਾ ਸਾਡਾ ਇਲਾਜ ਕੰਢੀ ਦੇ ਵਿੱਚ ਇੱਕ ਸਭ ਤੋਂ ਵੱਡੀ ਮੁਸ਼ਕਿਲ ਹੈ ਇਲਾਜ ਦੀ, ਉਹ ਉੱਥੇ ਇਲਾਜ ਲੋਕਾਂ ਨੂੰ ਮਿਲਿਆ ਕਰੂਗਾ। ਉਸ ਤੋਂ ਬਾਅਦ ਇੱਕ ਸਵਾਲ ਜਿਹੜੀ ਕੰਢੀ ਦੇ ਵਿੱਚ, ਕੰਢੀ ਏਰੀਆ ਦੇ ਵਿੱਚ ਸਾਡੇ ਬੱਸ
ਟਰਾਂਸਪੋਰਟ ਦੀ ਸਮੱਸਿਆ ਕਿ ਬੱਸਾਂ ਜਿਹੜੀਆਂ ਕਈ ਰੂਟ ਬੰਦ ਨੇ ਜਾਂ ਨਵੀਆਂ ਬੱਸਾਂ ਚਲਾਉਣ ਬਾਰੇ ਮੰਤਰੀ ਸਾਹਿਬ ਨੇ ਜਵਾਬ ਦਿੱਤਾ ਕਿ 15 ਦਿਨਾਂ ਦੇ ਵਿੱਚ ਕਮੇਟੀ ਬਣਾ ਕੇ ਜਿਹੜੇ ਰੂਟ ਬੰਦ ਨੇ ਉਹ ਰੂਟ ਚਲਾਏ ਜਾਣਗੇ ਅਤੇ ਜਿਹੜੀ ਕੰਢੀ ਦੇ ਇਲਾਕੇ 'ਚ ਵੱਖਰੇ ਵੱਖਰੇ ਦਤਾਰਪੁਰ ਆ, ਸੰਸਾਰਪੁਰ ਆ, ਕਮਾਈ ਦੇਵੀ ਆ ਜਾਂ ਤਲਵਾੜੇ ਦੇ ਵਿੱਚ ਉਹ ਬੱਸ ਸਰਵਿਸ ਸ਼ੁਰੂ ਕੀਤੀ ਜਾਵੇਗੀ। ਉਸ ਤੋਂ ਬਾਅਦ ਬੇਟ ਏਰੀਏ ਵਾਸਤੇ ਸੇਮ ਦੀ ਸਮੱਸਿਆ ਦਾ ਸੀਗਾ ਕਿ ਕਈ ਪਿੰਡਾਂ ਦੇ ਵਿੱਚ ਸਮੱਸਿਆ ਦੇ ਉਹਦਾ ਜਵਾਬ ਸਾਨੂੰ ਮੰਤਰੀ ਸਾਹਿਬ ਨੇ ਦਿੱਤਾ ਸੀਗਾ। 11 ਪਿੰਡਾਂ ਦੇ ਵਿੱਚ ਇਹਦੀ ਸਮੱਸਿਆ ਚੱਲ ਰਹੀ ਹੈ ਅਤੇ 15 ਦਿਨਾਂ ਦੇ ਵਿੱਚ ਉਹ ਜਿਹੜੀ ਕਮੇਟੀ ਹੈ ਬਣਾਈ ਹੋਈ ਆ ਉਹ ਇੱਕ ਫੈਸਲਾ ਸਾਨੂੰ ਦੇਵੇਗੀ ਕਿ ਜਿੱਥੇ ਜਿੱਥੇ ਸਮੱਸਿਆ ਉਹਦੇ ਹੱਲ ਕਰਨ ਵਾਸਤੇ ਕੀ ਉਪਰਾਲੇ ਕੀਤੇ ਜਾ ਰਹੇ। ਇੱਕ ਬੇਟ ਦੇ ਕਿਸਾਨਾਂ ਵਾਸਤੇ ਇੱਕ ਬੜੀ ਵਧੀਆ ਇੱਕ ਸਵਾਲ ਅਸੀਂ ਕੀਤਾ ਸੀਗਾ, ਉਹਦਾ ਜਵਾਬ ਵੀ ਬੜਾ ਪੋਜ਼ਿਟਿਵ ਆਇਆ ਮੰਤਰੀ ਸਾਹਿਬ ਦਾ। ਉਸ ਤੋਂ ਬਾਅਦ ਕਮਾਈ ਦੇਵੀ ਵਿਖੇ ਬੱਸ ਸਟੈਂਡ ਬਣਨਾ ਹੈ ਜਿਹੜਾ ਨੀਂਹ ਪੱਥਰ ਪਿਛਲੀ ਸਰਕਾਰ ਵੇਲੇ ਰੱਖਿਆ ਗਿਆ ਸੀ, ਪਰ ਉਹਦੇ ਪੈਸੇ ਹੀ ਨਹੀਂ ਆਏ ਸੀਗੇ, ਸਿਰਫ ਨੀਂਹ ਪੱਥਰ ਰੱਖਿਆ ਗਿਆ ਸੀਗਾ ਕਿ ਤਾਂ ਜੋ ਵੋਟਾਂ ਲਈਆਂ ਜਾ ਸਕਣ। ਪਰ ਮੈਨੂੰ ਇਸ ਗੱਲ ਦੀ ਵੀ ਬੜਾ ਖੁਸ਼ੀ ਹੈ ਕਿ ਬਹੁਤ ਜਲਦੀ ਬੱਸ ਸਟੈਂਡ ਦੇ ਪੈਸੇ ਸਾਡੀ ਸਰਕਾਰ ਵੱਲੋਂ ਜਾਰੀ ਕੀਤੇ ਜਾਣਗੇ ਅਤੇ ਜਿਹੜਾ ਇਤਿਹਾਸਕ ਕਸਬੇ ਦੇ ਵਿੱਚ ਬੱਸ ਸਟੈਂਡ ਬਣੂਗਾ। ਇਸ ਤੋਂ ਇਲਾਵਾ ਤਲਵਾੜੇ ਦੇ ਵਿੱਚ ਵੀ ਨਵਾਂ ਬੱਸ ਸਟੈਂਡ ਬਣਨ ਜਾ ਰਿਹਾ, ਉਹ ਵੀ ਤਲਵਾੜੇ ਦੇ ਲੋਕਾਂ ਨੂੰ ਵੀ ਮੈਂ ਇਸ ਗੱਲ ਦੀ ਵਧਾਈ ਦਿੰਦਾ। ਉਸ ਤੋਂ ਬਾਅਦ ਜਿਹੜੀਆਂ ਲਿੰਕ ਸੜਕਾਂ ਦੀ ਰਿਪੇਅਰ ਦਾ ਕੰਮ ਨੇ ਜਾਂ ਨਵੀਆਂ ਸੜਕਾਂ, ਉਹ ਵੀ ਸਾਡਾ ਜਵਾਬ ਲਿਖਤ ਰੂਪ ਵਿੱਚ ਆਇਆ ਕਿ ਜਲਦੀ ਜਿਹੜੀਆਂ ਸੜਕਾਂ ਲੰਬੇ ਸਮੇਂ ਤੋਂ ਨਹੀਂ ਬਣੀਆਂ ਉਹ ਸੜਕਾਂ ਬਣਨ ਜਾ ਰਹੀਆਂ ਨੇ। ਉਸ ਤੋਂ ਬਾਅਦ ਕੰਢੀ ਏਰੀਆ ਦੇ ਵਿੱਚ ਪਿੰਡਾਂ ਦੇ ਹਸਪੀਟਲਾਂ ਦੀ ਗੱਲ ਸੀ ਕਿ ਜਿਹੜੇ ਡਿਸਪੈਂਸਰੀਆਂ ਨੇ ਉੱਥੇ ਕੋਈ ਸਟਾਫ ਦੀ ਕਮੀ ਹੈ ਜਾਂ ਦਵਾਈਆਂ ਦੀ ਕਮੀ ਆ, ਉਹ ਵੀ ਜਵਾਬ ਆਇਆ ਕਿ ਬਹੁਤ ਜਲਦ ਸਾਰੀਆਂ ਚੀਜ਼ਾਂ ਨੂੰ, ਕਿਉਂਕਿ ਸਾਡੀ ਸਰਕਾਰ ਦਾ ਪਹਿਲਾ ਹੀ ਇਸ਼ੂ ਇਹ ਹੈ ਕਿ ਹੈਲਥ ਸਿਸਟਮ ਨੂੰ ਵਧੀਆ ਕਰਨਾ, ਉਹਦੀ ਤਰਜ਼ ਦੇ ਉੱਤੇ ਬਹੁਤ ਵਧੀਆ ਇਹ ਡਿਸਪੈਂਸਰੀਆਂ ਦੇ ਵਿੱਚ ਸਾਰਾ ਸਟਾਫ ਦੀ ਕਮੀ ਵੀ ਪੂਰੀ ਹੋਏਗੀ ਅਤੇ ਦਵਾਈਆਂ ਦੀ ਵੀ ਕਮੀ ਪੂਰੀ ਕੀਤੀ ਜਾਵੇਗੀ। ਸਰਕਾਰੀ ਕਾਲਜ ਜੋ ਪਿਛਲੀ ਸਰਕਾਰ ਵੱਲੋਂ ਪਾਸ ਕੀਤਾ ਗਿਆ ਸੀ ਪਰ ਉਹਦੇ ਉੱਤੇ ਕੋਈ ਵੀ ਅੱਜ ਤੱਕ ਕਾਰਵਾਈ ਨਹੀਂ ਕੀਤੀ ਗਈ, ਅਤੇ ਇਸ ਗੱਲ ਦੀ ਵੀ ਮੈਂ ਦਸੂਹਾ ਵਾਸੀਆਂ ਨੂੰ ਵਧਾਈ ਦਿੰਦਾ ਕਿ ਤੁਸੀਂ ਜਿਹੜਾ ਇਹ ਸਰਕਾਰੀ ਕਾਲਜ ਆ ਇਹਦੀ ਫਾਈਲ ਹੁਣ ਦੁਬਾਰਾ ਓਪਨ ਹੋ ਚੁੱਕੀ ਹੈ ਅਤੇ ਬਹੁਤ ਜਲਦ ਇਹਦੇ ਉੱਤੇ ਆਪਾਂ ਇਹਦੀ ਪੈਰਵਾਈ ਕਰਕੇ ਇਸ ਫਾਈਲ ਦੇ ਉੱਤੇ ਅਤੇ ਜਲਦੀ ਦਸੂਹੇ ਦੇ ਵਿੱਚ ਅਸੀਂ ਗੌਰਮੈਂਟ ਕਾਲਜ ਦਾ ਜੋ ਨੀਂਹ ਪੱਥਰ ਰੱਖਾਂਗੇ। ਉਸ ਤੋਂ ਬਾਅਦ ਕੰਢੀ ਏਰੀਏ ਵਿੱਚ ਇੱਕ ਇਰੀਗੇਸ਼ਨ ਸਕੀਮ ਹੈ ਲਿਫਟ ਇਰੀਗੇਸ਼ਨ ਦੀ, ਉਹ ਵੀ ਸ਼ੁਰੂ ਹੋਣ ਜਾ ਰਹੀ ਹੈ ਬਹੁਤ ਜਲਦੀ, ਉਹਦਾ ਵੀ ਜਵਾਬ ਹਾਂ ਪੱਖੀ ਸਾਡੇ ਵਿੱਚ ਆਇਆ। ਇੱਕ ਹੋਰ ਲੋਕਾਂ ਦੀ ਮੰਗ ਸੀਗੀ ਕਿ ਪਰਲ ਕੰਪਨੀ ਅਤੇ ਕਿਮ ਕੰਪਨੀ ਹੈ ਜਿਹੜੀ, ਉਹਨਾਂ ਨੇ ਲੋਕਾਂ ਨਾਲ ਬਹੁਤ ਠੱਗੀਆਂ ਮਾਰੀਆਂ ਨੇ। ਇਹ ਮੈਨੂੰ ਸਵਾਲ ਪੁੱਛਣ ਦਾ ਚਲੋ ਸਮਾਂ ਨਹੀਂ ਮਿਲਿਆ, ਪਰ ਇਹਦਾ ਲਿਖਤੀ ਜਵਾਬ ਜ਼ਰੂਰ ਸਾਡੀ ਸਰਕਾਰ ਵੱਲੋਂ ਆਇਆ ਕਿ ਜਲਦੀ ਇਹਦੇ ਉੱਤੇ ਆਪਾਂ ਵਿਚਾਰ ਕਰਕੇ ਜਿਹੜੇ ਲੋਕਾਂ ਦੇ ਪੈਸੇ ਆ ਉਹ ਲੋਕਾਂ ਨੂੰ ਦੇਣ ਦਾ ਯਤਨ ਕੀਤਾ ਜਾਵੇਗਾ। ਇਸ ਤੋਂ ਬਾਅਦ ਆਯੁਰਵੈਦਿਕ ਡਿਸਪੈਂਸਰੀਆਂ ਜਿੰਨੀਆਂ ਵੀ ਸਾਡੀਆਂ ਦਤਾਰਪੁਰ ਦੇ ਵਿੱਚ ਜਾਂ ਧਰਮਪੁਰ ਦੇਵੀ ਦੇ ਵਿੱਚ ਜਾਂ ਹੋਰ ਵੀ ਜਿੰਨੀਆਂ ਡਿਸਪੈਂਸਰੀਆਂ ਹੈਗੀਆਂ, ਉਹਨਾਂ ਦੇ ਵਿੱਚ ਜਿੰਨੀਆਂ ਅਸਾਮੀਆਂ ਖਾਲੀ ਨੇ ਉਹਨਾਂ ਨੂੰ ਵੀ ਭਰਨ ਵਾਸਤੇ ਜਾਂ ਜੋ ਸਟਾਫ ਦੀ ਕਮੀ ਹੈ ਜਾਂ ਜੋ ਹੋਰ ਸਮਾਨ ਦੀ ਕਮੀ ਆ ਉਹਨੂੰ ਇਹ ਪੂਰਾ ਕੀਤਾ ਜਾਵੇਗਾ। ਸੋ ਇਸ ਤਰ੍ਹਾਂ ਕੁੱਲ 15 ਸਵਾਲ ਵਿਧਾਨ ਸਭਾ ਦੇ ਵਿੱਚ 6 ਦਿਨ ਦੇ ਸੈਸ਼ਨ ਦੇ ਵਿੱਚ ਮੈਂ ਆਪਣੇ ਵੱਲੋਂ ਦਸੂਹਾ ਹਲਕੇ ਦੇ ਪੁੱਛੇ ਆ, ਅਤੇ ਮੈਨੂੰ ਇਸ ਗੱਲ ਦਾ ਫਖਰ ਹੈ ਕਿ ਜਿਹੜੀ ਦਸੂਹਾ ਵਾਸੀਆਂ ਨੇ ਮੇਰੀ ਡਿਊਟੀ ਲਾਈ ਸੀ ਕਿ ਅਸੀਂ ਜਦੋਂ ਵੋਟਾਂ ਮੰਗਦੇ ਸੀ ਲੋਕਾਂ ਨੂੰ ਇਹ ਕਹਿੰਦੇ ਸੀ ਵੀ ਇੱਕ ਵਾਰੀ ਮੌਕਾ ਦਿਓ, ਅਸੀਂ ਤੁਹਾਡੀਆਂ ਮੰਗਾਂ ਵਿਧਾਨ ਸਭਾ ਦੇ ਵਿੱਚ ਜ਼ਰੂਰ ਚੁੱਕਾਂਗੇ। ਅਤੇ ਮੈਂ ਆਪਣੇ ਆਪ 'ਤੇ ਪੂਰੀ ਇੱਕ ਤਾਂ ਹੈ ਅਸੀਂ ਨਵੇਂ ਸੀਗੇ, ਪਹਿਲੀ ਵਾਰ ਜਿੱਤ ਕੇ ਗਏ, ਕਈ ਚੀਜ਼ ਦੀਆਂ ਕਮੀਆਂ ਵੀ ਰਹਿ ਗਈਆਂ ਕਿ ਕਈ ਚੀਜ਼ਾਂ ਦਾ ਪਤਾ ਨਹੀਂ ਸੀ, ਅੰਦਰ ਜਾ ਕੇ ਪਤਾ ਲੱਗਾ, ਪਰ ਅਗਲੇ ਸੈਸ਼ਨ 'ਤੇ ਜਿਹੜੀਆਂ ਕੋਈ ਕਮੀਆਂ ਰਹਿ ਗਈਆਂ ਨੇ ਉਹਨਾਂ ਨੂੰ ਕਮੀਆਂ ਨੂੰ ਦੂਰ ਕਰਕੇ ਜਿਹੜੇ ਹੋਰ ਲੋਕਾਂ ਦੇ ਮੁੱਦੇ ਨੇ, ਆਪਣੇ ਇਲਾਕੇ ਦੀਆਂ ਮੁਸ਼ਕਲਾਂ ਨੇ, ਆਪਣੇ ਇਲਾਕੇ ਦਾ ਨਿਆਂ ਕਰਨ ਵਾਸਤੇ ਅਸੀਂ ਜਿਹੜੇ ਸਮੱਸਿਆਵਾਂ ਰਹਿ ਗਈਆਂ ਨੇ ਉਹਨਾਂ ਦੇ ਸਵਾਲ ਅਗਲੀ ਵਿਧਾਨ ਸਭਾ ਦੇ ਵਿੱਚ ਜ਼ਰੂਰ ਚੱਕਾਂਗੇ। ਅਤੇ ਲੋਕਾਂ ਨੂੰ ਮੈਂ ਇਹ ਯਕੀਨ ਦੇਣਾ ਆਪਣੇ ਇਲਾਕੇ ਵਾਸੀਆਂ ਨੂੰ ਕਿ ਜਿਹੜੀ ਉਮੀਦ ਨਾਲ ਤੁਸੀਂ ਸਾਨੂੰ ਵੋਟ ਪਾਈ ਹੈ, ਕਿਉਂਕਿ ਲੋਕ ਸਾਨੂੰ ਹੁਣ ਫੋਨ ਕਰਕੇ ਵਧਾਈ ਦਿੰਦੇ ਆ ਵੀ ਸਾਨੂੰ ਲੱਗਦਾ ਕਿ ਅਸੀਂ ਸਹੀ ਜਗ੍ਹਾ ਵੋਟ ਪਾਈ ਹੈ, ਅਤੇ ਮੈਂ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਜਿਹੜੀ ਉਮੀਦ ਨਾਲ ਤੁਸੀਂ ਵੋਟ ਪਾਈ ਹੈ ਤੁਹਾਡੀ ਉਮੀਦ 'ਤੇ ਅਸੀਂ ਪੂਰੇ ਖਰੇ ਉਤਰਨ ਦਾ ਯਤਨ ਕਰਾਂਗੇ ਅਤੇ ਆਪਣੇ ਇਲਾਕੇ ਦੀਆਂ ਮੁਸ਼ਕਲਾਂ ਨੂੰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਚੁੱਕਣ ਦਾ ਯਤਨ ਕਰਾਂਗੇ। ਜਿਹੜੀ ਡਿਊਟੀ ਤੁਸੀਂ ਸਾਡੀ ਵਿਧਾਨ ਸਭਾ ਦੇ ਵਿੱਚ ਇੱਕ MLA ਦੀ ਜਿਹੜੀ ਡਿਊਟੀ ਹੈ ਉਹ ਅਸੀਂ ਆਪਣੀ ਬਖੂਬੀ ਨਿਭਾਵਾਂਗੇ। ਉਹਨਾਂ ਨੇ ਸਾਨੂੰ 15 ਮੈਂਬਰੀ ਕਮੇਟੀ ਬਣਾਈ ਹੈ ਜੀ। 15 ਦਿਨ ਦੇ ਵਿੱਚ ਉਹ ਕਹਿੰਦੇ ਕਿ ਜਲਦੀ ਆਪਾਂ ਜਿਹੜੀ ਕਮੇਟੀ ਬਣਾ ਕੇ ਉਹਦੇ ਬਾਬਤ ਮੈਂ ਵੀ ਰੂਟ ਕਢਵਾਏ ਹੋਏ ਆ, ਜਿਹੜੇ ਰੂਟ ਬਣਦੇ ਆ ਮੈਂ ਉਹਨਾਂ ਨੂੰ ਲਿਸਟ ਭੇਜੂੰਗਾ। GM ਸਾਹਿਬ ਨਾਲ ਵੀ ਗੱਲ ਕਰਾਂਗੇ, ਜਿਹੜੇ ਰੂਟ ਬਣਦੇ ਆ ਉਹਨੂੰ ਅਸੀਂ ਪਹਿਲ ਦੇ ਆਧਾਰ 'ਤੇ ਚਲਾਵਾਂਗੇ। ਨਹੀਂ, ਬਿਲਕੁਲ ਆਸ ਨਹੀਂ ਛੱਡਣੀ ਚਾਹੀਦੀ ਜੀ। ਅਜੇ ਤਾਂ ਚਲੋ ਜਦੋਂ ਆਪਾਂ ਪਹਿਲੀ ਵਾਰੀ ਸਵਾਲ ਕਿਸੇ ਨੂੰ ਪੁੱਛਦੇ ਹਾਂ, ਜਦੋਂ ਪਹਿਲਾਂ ਕਿਸੇ ਨੇ ਪੁੱਛਿਆ ਹੀ ਨਹੀਂ ਤਾਂ ਉਹ ਤੁਹਾਨੂੰ ਜਵਾਬ ਵੀ ਕਿੱਦਾਂ ਦੇ ਸਕਦੇ ਸੀਗੇ। ਅਜੇ ਪੁੱਛਿਆ ਸੀ ਇਸ ਵਾਰ ਆ, ਉਹਨਾਂ ਨੇ ਜਵਾਬ ਸਾਨੂੰ ਨਾ ਪੱਖੀ ਦਿੱਤਾ, ਅਤੇ ਮੈਂ ਮੁੜ ਕੇ ਉਸ ਤੋਂ ਬਾਅਦ ਮਾਨ ਸਾਹਿਬ ਨੂੰ, ਮੁੱਖ ਮੰਤਰੀ ਸਾਹਿਬ ਨੂੰ ਵੀ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਸਾਡੇ ਲੋਕਾਂ ਦੀ ਮੰਗ ਆ
ਤੇ ਮਾਨ ਸਾਹਿਬ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਆਪਾਂ ਇਸ ਤੇ ਜ਼ਰੂਰ ਵਿਚਾਰ ਕਰਾਂਗੇ। ਆਉਣ ਵਾਲੇ ਦਿਨਾਂ 'ਚ ਅਸੀਂ ਇਲਾਕੇ ਦੀਆਂ ਸੰਸਥਾਵਾਂ ਨੂੰ, ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਇੱਕ ਮੰਗ ਪੱਤਰ ਵੀ ਮਾਨ ਸਾਹਿਬ ਨੂੰ ਜ਼ਰੂਰ ਦਿਆਂਗੇ। ਇੱਕ ਅੱਜ ਰਾਜਾ ਵੜਿੰਗ ਸਾਹਿਬ ਦੀ ਵੀਡੀਓ ਵਾਇਰਲ ਹੋ ਰਹੀ, ਉਹਦੇ ਵਿੱਚ ਕਿਹਾ ਜਾ ਰਿਹਾ ਕਿ ਜਿਹੜੀ ਆਨਲਾਈਨ ਚੱਲੀ ਹੈ ਸਾਰੀ ਵਿਧਾਨ ਸਭਾ ਦੀ ਸੈਸ਼ਨ ਜਿਹੜੀ ਆਪਣੇ ਲਾਈਵ ਚੱਲਿਆ, ਉਹਦੇ ਵਿੱਚ ਕਹਿੰਦੇ ਕਿ ਸਿਰਫ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਸੀ ਜਾਂ ਐਮਐਲਏ ਸਾਹਿਬਾਨ ਸੀ ਉਹਨੂੰ ਫੋਕਸ ਕੀਤਾ ਗਿਆ, ਬਾਕੀਆਂ ਨੂੰ ਨਹੀਂ ਫੋਕਸ ਕੀਤਾ, ਦੂਰੋਂ ਦਿਖਾਇਆ ਗਿਆ। ਨਹੀਂ, ਇਦਾਂ ਦੀ ਕੋਈ ਗੱਲ ਨਹੀਂ ਗੀ। 92 ਐਮਐਲਏ ਆਮ ਆਦਮੀ ਪਾਰਟੀ ਦੇ ਆ ਤੇ ਬਾਕੀ ਦੂਜੀਆਂ ਪਾਰਟੀਆਂ ਦੇ ਦੇਖ ਲਓ ਜਿੰਨੇ ਐਮਐਲਏ ਆ। ਸਵਾਲ ਜਿਹਨੇ ਪੁੱਛਣਾ ਉਹਦੀ ਵੀਡੀਓ ਤੇ ਆਪਣੇ ਆਪ ਕੈਮਰਾ ਉੱਤੇ ਆਉਣਾ, ਤੇ ਜ਼ਿਆਦਾ ਮੌਕਾ ਜਿਹਦੇ ਮੈਂਬਰ ਆ, ਉਹਨਾਂ ਨੂੰ ਚੁਣੇ ਮੈਂਬਰ ਆ ਸਾਡੀ ਆਮ ਆਦਮੀ ਪਾਰਟੀ ਦੇ, ਉਹਨਾਂ ਨੂੰ ਮੌਕਾ ਮਿਲਿਆ ਤੇ ਉਹਨਾਂ ਦੇ ਕੈਮਰਾ ਜ਼ਿਆਦਾ ਆਉਣਾ। ਸਾਰਿਆਂ ਨੂੰ ਜਿਹੜੇ ਵਿਰੋਧੀ ਧਿਰ ਦੇ ਵੀ ਲੀਡਰ ਬੋਲੇ ਆ ਉਹਨਾਂ ਤੇ ਵੀ ਕੈਮਰਾ ਸਾਰਾ ਚੱਲਦਾ ਰਹੇ। ਤਾਂ ਹੁਣ ਜਦੋਂ ਅੰਦਰ ਕੋਈ ਬੋਲਣਾ ਹੀ ਨਹੀਂਗਾ ਤੇ ਕੈਮਰਾ ਉੱਥੇ ਕੀ ਚੱਲੂਗਾ ਫਿਰ। ਹੱਸਣ ਵਾਲਾ ਮਾਹੌਲ ਨਹੀਂ ਸੀਗਾ। ਅਸੀਂ ਤਾਂ ਕਿਹਾ ਸੀ ਵੀ ਜਿਨ੍ਹਾਂ ਨੇ, ਮੰਤਰੀ ਸਾਹਿਬ ਨੇ ਕਿਹਾ ਜੀ ਅਜੇ ਪੈਸੇ ਨਹੀਂ ਇਹਦੇ ਰਿਲੀਜ਼ ਹੋਇਆ ਕੋਈ ਵੀ, ਤੇ ਮੈਂ ਇਹ ਸਵਾਲ ਪੁੱਛਿਆ ਸੀਗਾ ਮੰਤਰੀ ਸਾਹਿਬ ਨੂੰ ਕਿ ਜੇ ਉਹਦੇ ਪੈਸੇ ਨਹੀਂ ਰਿਲੀਜ਼ ਹੋਏ ਸੀਗੇ ਤੇ ਉਹਦੇ ਪੱਥਰ ਕਿਉਂ ਲੱਗੇ ਫਿਰ, ਤੇ ਪੱਥਰ ਲਾਉਣ ਵਾਲੇ ਤੇ ਕਾਰਵਾਈ ਬਣਦੀ ਆ। ਤੇ ਸਾਨੂੰ ਲੋਕ ਸਵਾਲ ਕਰਦੇ ਆ ਤੇ ਮੰਤਰੀ ਸਾਹਿਬ ਨੇ ਕਿਹਾ ਵੀ ਇਹ ਤਾਂ ਅਸੀਂ ਤਾਂ ਹੁਣ ਆਏ ਆ, ਇਹ ਪੁਰਾਣੇ ਜਿਹੜੀਆਂ ਸਰਕਾਰਾਂ ਨੇ ਜਿਨ੍ਹਾਂ ਨੇ ਖਾਮ ਪੱਥਰ ਇਲੈਕਸ਼ਨ 'ਚ ਵੋਟਾਂ ਲੈਣ ਵਾਸਤੇ ਲਾਏ ਸੀ, ਉਦੋਂ ਵਿਧਾਨ ਸਭਾ ਦੇ ਵਿੱਚ ਹਾਸੇ ਵਾਲੀ ਗੱਲ ਬਣੀ ਸੀਗੀ ਕਿ ਅਸੀਂ ਤਾਂ ਪੱਥਰ ਲਾਇਆ ਕੋਈ ਨਹੀਂਗਾ, ਅਸੀਂ ਤਾਂ ਜਿਹਦੇ ਪੈਸੇ ਆਉਣਗੇ ਉਹਦੇ ਪੱਥਰ ਲਾਵਾਂਗੇ। ਸਮਾਂ ਬੰਦ ਕਰਨ ਦਾ ਮਤਲਬ ਇਹ ਹੈ ਕਿ ਜਿਹੜਾ ਵਿਧਾਨ ਸਭਾ ਵਿੱਚ ਸਵਾਲ ਪੁੱਛਿਆ ਜਾਊਗਾ ਉਹ ਟਾਈਮ ਬਾਉਂਡ ਹੋਊਗਾ। ਤੇ ਅਸੀਂ ਵੀ ਇਹ ਮੰਗ ਕਰਦੇ ਸੀ ਕਿ ਸਾਡੇ ਸਵਾਲ ਜਿਹੜੇ ਲੋਕਾਂ ਦੀ ਮੰਗਾਂ ਨੇ, ਬੜੀ ਮੁਸ਼ਕਿਲ ਨਾਲ ਅਸੀਂ ਸਵਾਲ ਪੁੱਟ ਕਰਦੇ ਹਾਂ, ਲੋਕ ਸਾਡੇ 'ਤੇ ਵਿਸ਼ਵਾਸ ਕਰਕੇ ਲੋਕਾਂ ਨੇ ਸਾਨੂੰ ਭੇਜਿਆ ਤੇ ਲੋਕਾਂ ਨੂੰ ਉਮੀਦ ਹੁੰਦੀ ਹੈ ਕਿ ਜਿਹੜੇ ਸਵਾਲ ਸਾਡੇ ਵਿਧਾਇਕ ਨੇ ਪੁੱਛੇ ਆ ਉਹ ਸਮਾਂ ਬੰਦ ਹੋਣੇ ਚਾਹੀਦੇ ਆ। ਤੇ ਅਸੀਂ ਵੀ ਮੰਤਰੀ ਸਾਹਿਬ ਨੂੰ ਅੱਗੇ ਮੰਗ ਰੱਖਦੇ ਹਾਂ ਕਿ ਸਮਾਂ ਬੰਦ ਹੋਣੇ ਚਾਹੀਦੇ ਆ। ਤੇ ਸਾਰੇ ਮੰਤਰੀਆਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਜਿਹੜੇ ਵੀ ਕੰਮ ਆਪਾਂ ਕਹੇ ਆ ਉਹ ਸਮਾਂ ਬੰਦ ਹੋਣਗੇ। ਵਿਧਾਨ ਸਭਾ ਦੇ ਵਿੱਚ ਆਪਣੇ ਦੂਜਾ ਹਲਕੇ ਦੀ ਜਿਹੜੀ ਆਵਾਜ਼ ਬੰਦ ਕੀਤੀ ਹੈ, ਜਿਹੜੇ ਪਹਿਲਾਂ ਸਾਡੇ ਤੋਂ ਇੱਕ ਹੋਰ ਲੀਡਰ ਹੈਗੇ ਕਿ ਉਹਨਾਂ ਨੇ ਸਵਾਲ ਚੱਕੇ ਨਹੀਂ ਜਾਂ ਲਾਈਵ ਹੋਣ ਕਰਕੇ ਲੋਕਾਂ ਨੂੰ ਨਜ਼ਰ ਨਹੀਂ ਆਇਆ? ਨਹੀਂ, ਇਹਦਾ ਔਨ ਰਿਕਾਰਡ ਵੀ ਹੈ ਜੀ। ਪਿਛਲੀ ਸਰਕਾਰ ਦੇ ਵਿੱਚ ਵੀ ਜਿਹੜੇ ਆਪਣੇ ਵਿਧਾਇਕ ਸਾਹਿਬ ਸੀਗੇ ਕੋਈ ਸਵਾਲ ਨਹੀਂ ਸੀਗਾ, ਉਸ ਤੋਂ ਪਹਿਲਾਂ ਵਾਲੇ ਵੀ ਕੋਈ ਸਵਾਲ, ਇਹਦਾ ਤੁਸੀਂ ਵੀ ਪਤਾ ਕਰ ਸਕਦੇ ਹੋ। ਔਨ ਰਿਕਾਰਡ ਚੀਜ਼ਾਂ ਨੇ, ਕੋਈ ਇਹ ਤਾਂ ਹੈ ਨਹੀਂਗਾ ਕਿ ਅਸੀਂ ਝੂਠ ਬੋਲਦੇ ਹਾਂ। ਜੇ ਆ ਮੇਰੇ 15 ਸਵਾਲ ਪੁੱਛੇ ਤੇ ਔਨ ਰਿਕਾਰਡ ਨੇ, ਇਹ ਸਾਰਾ ਇਹਨਾਂ ਦਾ ਬਾਇਓਡਾਟਾ ਇਹਨਾਂ ਦਾ ਸਾਡੇ ਹੱਥ 'ਚ ਆ, ਸਾਰੇ ਇਹਨਾਂ ਦਾ ਜਵਾਬ ਸਾਨੂੰ ਰਿਟਨ ਦੇ ਵਿੱਚ ਆਉਣਾ ਆ। ਸੋ ਪਿਛਲੀਆਂ ਸਰਕਾਰਾਂ ਦੇ ਵਿਧਾਇਕਾਂ ਨੇ ਪੁੱਛਿਆ ਹੀ ਕੁਛ ਨਹੀਂਗਾ। ਜੇ ਪੁੱਛਿਆ ਹੁੰਦਾ ਤੇ ਇੰਨੇ ਸਵਾਲ ਸਾਨੂੰ ਪੁੱਛਣ ਦਾ ਮੌਕਾ ਨਾ ਮਿਲਦਾ। ਇਹ ਤਾਂ ਉਹੀ ਦੱਸ ਸਕਦੇ ਆ ਜੀ। ਸਾਡੇ ਤੇ ਲੋਕਾਂ ਨੇ ਜੀ, ਇਹ ਤਾਂ ਹੁਣ ਉਹੀ ਦੱਸ ਸਕਦੇ ਆ ਕਿ ਉਹਨਾਂ ਨੇ ਕਿਉਂ ਨਹੀਂ ਪੁੱਛੇ। ਸਾਡੇ ਤਾਂ ਅਸੀਂ ਆਮ ਪਰਿਵਾਰਾਂ ਦੇ ਵਿੱਚ ਉੱਠੇ ਆ ਤੇ ਸਾਨੂੰ ਗਰਾਊਂਡ ਲੈਵਲ ਦੀਆਂ ਮੁਸ਼ਕਲਾਂ ਦਾ ਲੋਕਾਂ ਦਾ ਪਤਾ ਹੈ। ਤੇ ਜਦੋਂ ਅਸੀਂ ਪਿੰਡਾਂ 'ਚ ਜਾਂਦੇ ਸੀ ਲੋਕਾਂ ਨੂੰ ਅਸੀਂ ਇਹੀ ਵਿਸ਼ਵਾਸ ਦਿਵਾਉਂਦੇ ਸੀ ਵੀ ਅਸੀਂ ਬੋਲਾਂਗੇ ਤੁਹਾਡੇ ਹੱਕਾਂ ਵਾਸਤੇ, ਤੇ ਜੋ ਸਾਡੀ ਡਿਊਟੀ ਬਣਦੀ ਸੀ ਅਸੀਂ ਆਪਣੀ ਨਿਭਾਈ ਹੈ। ਹਾਂਜੀ, ਉਹ ਜੋ ਡੀਸੀ ਸਾਹਿਬ ਵੱਲੋਂ ਮੈਨੂੰ ਰਿਟਨ ਆਇਆ ਕਾਗਜ਼ਾਂ ਦਾ, ਉਹ ਸਾਡੇ ਆ ਜੀਟੀ ਰੋਡ ਦੇ ਉੱਤੇ ਜਿੱਥੇ ਪੁਰਾਣੀ ਕੋਰਟ ਕੰਪਲੈਕਸ ਬਣਨੀ ਸੀਗੀ ਪਹਿਲਾਂ, ਉਹ ਉੱਥੇ ਗਵਰਨਮੈਂਟ ਕਾਲਜ ਵਾਸਤੇ ਅਕਵਾਇਰ ਹੋਈ ਹੈ ਜਮ੍ਹਾਂ। ਉਹ ਟਰਾਂਸਫਰ ਗਵਰਨਮੈਂਟ ਕਾਲਜ ਦੇ ਨਾਂ 'ਤੇ ਹੋ ਚੁੱਕੀ ਹੈ ਤੇ ਉਹਦਾ ਜਲਦੀ ਪ੍ਰੋਸੈਸ ਅਸੀਂ ਸ਼ੁਰੂ ਕਰ ਰਹੇ ਹਾਂ। ਬਿਲਕੁਲ, ਇਹਦੀ ਵੀ ਅਗਲੀ ਵਾਰੀ ਮੰਗ ਕਰਾਂਗੇ। ਜਿੰਨੇ ਕਿ ਮੇਰੇ ਕੋਈ ਸਵਾਲ ਸੀਗੇ ਉਹ ਮੈਂ ਪੁੱਛੇ ਆ, ਜਿਹੜੇ ਹੋਰ ਸਾਡੇ ਤੁਸੀਂ ਵੀ ਸਾਨੂੰ ਜਾਣਕਾਰੀ ਦੇਣੀ ਆ, ਇਲਾਕੇ ਦੇ ਲੋਕ ਵੀ ਸਾਨੂੰ ਦੱਸਣਗੇ ਕਿ ਆਹ ਚੀਜ਼ਾਂ ਰਹਿੰਦੀਆਂ ਨੇ, ਆਪਾਂ ਉਹਨੂੰ ਪੁੱਛਾਂਗੇ ਜੀ। ਇੱਕ 15 ਅਗਸਤ ਨੂੰ ਸਾਡੀ ਸਰਕਾਰ ਵੱਲੋਂ 75 ਮੁਹੱਲਾ ਕਲੀਨਿਕ ਬਣ ਰਹੇ ਆ ਪੂਰੇ ਪੰਜਾਬ ਦੇ ਵਿੱਚ, ਜਿਹਦੀ ਸ਼ੁਰੂਆਤ ਕੀਤੀ ਜਾ ਰਹੀ ਹੈ 15 ਅਗਸਤ ਵਾਲੇ ਦਿਨ। ਤੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ 75 ਦੇ ਵਿੱਚੋਂ ਸਾਡੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚੋਂ ਦਸੂਹਾ ਨੂੰ ਇੱਕ ਮੁਹੱਲਾ ਕਲੀਨਿਕ ਮਿਲਿਆ। ਤਲਵਾੜਾ ਸਿਟੀ ਦੇ ਵਿੱਚ ਬੱਸ ਸਟੈਂਡ ਦੇ ਨਜ਼ਦੀਕ ਬਣ ਰਿਹਾ। ਉਸ ਤੋਂ ਬਾਅਦ ਮਾਡਲ ਸਕੂਲ ਬਣ ਰਿਹਾ ਦਿੱਲੀ ਮਾਡਲ ਦੇ ਨਾਂ 'ਤੇ, ਜਿੱਦਾਂ ਉਹ ਸਕੂਲ ਬਣ ਰਿਹਾ। ਉਹਦੇ ਵਿੱਚ ਵੀ ਸਾਡੇ ਵਾਸਤੇ ਮਾਣ ਵਾਲੀ ਗੱਲ ਹੈ ਕਿ ਦਸੂਹੇ ਦੇ ਵਾਸਤੇ ਇੱਕ ਸਕੂਲ ਉਹ ਅਸੀਂ ਮਨਜ਼ੂਰ ਕਰਵਾਇਆ। ਉਹ ਵੀ ਜ਼ਰੂਰ ਤੁਹਾਨੂੰ ਦੱਸਿਆ ਜਾਏਗਾ ਕਿ ਉਹ ਕਿਹੜਾ ਸਕੂਲ ਬਣਨ ਜਾ ਰਿਹਾ, ਉਹ ਅਜੇ ਪ੍ਰਪੋਜ਼ਲ ਆ ਰਹੀ ਹੈ ਉਹਦੀ। ਸੋ ਸਟੇਡੀਅਮ ਜਿਹੜੀ ਸਾਡੀ ਪ੍ਰਾਇਓਰਟੀ ਹੈ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨਾ। ਸਾਡੇ ਆਪਣੇ ਪਿੰਡ ਦੇ ਵਿੱਚ ਨਵਾਂ ਸਟੇਡੀਅਮ ਇੱਕ ਸ਼ੁਰੂ ਹੋਣ ਜਾ ਰਿਹਾ। ਦੁਆਬੇ ਦਾ ਇੱਕ ਪਹਿਲਾ ਸਟੇਡੀਅਮ ਹੋਏਗਾ ਆਧੁਨਿਕ ਕਿਸਮ ਦਾ ਸਟੇਡੀਅਮ, ਜਿੱਦਾਂ ਦੁਆਬੇ ਦੇ ਵਿੱਚ ਇਹੋ ਜਿਹਾ ਕੋਈ ਸਟੇਡੀਅਮ ਨਹੀਂ ਹੋਊਗਾ ਜਿਹੜਾ ਇੱਦਾਂ ਦਾ ਸਟੇਡੀਅਮ ਇੱਥੇ ਬਣ ਰਿਹਾ। ਲੋਕ 3-4 ਮਹੀਨੇ ਬਾਅਦ ਉਹ ਕੰਪਲੀਟ ਹੋ ਜਾਏਗਾ। ਹੋਰ ਸਟੇਡੀਅਮ ਆਪਾਂ ਕੱਲੋਵਾਲ 'ਚ ਬਣਾ ਰਹੇ ਹਾਂ, ਜੰਡੌਰ 'ਚ ਬਣਾ ਰਹੇ ਹਾਂ, ਹੋਰ ਪਿੰਡਾਂ ਦੇ ਵਿੱਚ ਵੀ ਸਟੇਡੀਅਮ ਬਣ ਰਿਹਾ।
ਜਿਹੜੇ ਵਿਧਾਇਕ ਘੁੰਮਣ ਆਉਣੀ ਹੈਗੇ ਆ ਕਿ ਉਹ ਆਪਣੇ ਹਲਕੇ ਨੂੰ ਇੱਕ ਮੈਟਰੋ ਸਿਟੀ ਵਰਗਾ ਹਲਕਾ ਬਣਾਉਣਾ ਚਾਹੁੰਦੇ ਹੋ, ਕੀ ਕਰਨਾ ਚਾਹੁੰਦੇ ਹੋ ਆਪਣੇ ਹਲਕੇ ਲਈ ਇਨ ਫਿਊਚਰ? ਇਹ ਸਾਡਾ ਆਪਣਾ ਪਰਿਵਾਰ ਹੈ ਜੀ। ਜਦੋਂ ਅਸੀਂ ਛੋਟੀਆਂ ਇਲੈਕਸ਼ਨਾਂ ਲੜਦੇ ਸੀਗੇ ਵਾਰਡ ਦੇ ਵਿੱਚ, ਉਹ ਵੀ ਸਾਡਾ ਆਪਣਾ ਪਰਿਵਾਰ ਹੁੰਦਾ ਸੀ। ਜਦੋਂ ਐਮਸੀ ਹੁੰਦਿਆਂ ਹੋਇਆਂ ਵੀ ਅਸੀਂ ਆਪਣੀ ਵਾਰਡ ਦੇ ਕੰਮ ਕਰਵਾਏ ਨੇ, ਉਹ ਪਰਿਵਾਰਕ ਤੌਰ 'ਤੇ ਅਸੀਂ ਲੋਕਾਂ ਦੇ ਵਿੱਚ ਵਿਚਰੇ ਹਾਂ। ਹੁਣ ਸਾਡੀ ਜਿਹੜੀ ਸੀਮਾ ਵੱਧ ਗਈ ਆ, ਦਸੂਹਾ ਹਲਕਾ ਹੁਣ ਸਾਡਾ ਪਰਿਵਾਰ ਆ, ਕੰਢੀ ਦਾ ਇਲਾਕਾ ਸਾਡਾ ਆਪਣਾ ਪਰਿਵਾਰ ਆ, ਬੇਟ ਦਾ ਇਲਾਕਾ ਸਾਡਾ ਆਪਣਾ ਪਰਿਵਾਰ ਆ। ਅਤੇ ਬਹੁਤ ਜਿਹੜੀ ਮੇਰੇ ਮਨ ਦੇ ਵਿੱਚ ਹੈ ਜਾਂ ਸਾਡੀ ਟੀਮ ਦੇ ਮਨ ਦੇ ਵਿੱਚ ਹੈ ਕਿ ਆਪਣੇ ਹਲਕੇ ਨੂੰ ਆਪਾਂ ਸਾਰੇ ਹਲਕਿਆਂ ਨਾਲੋਂ ਵਧੀਆ ਹਲਕਾ ਬਣਾਉਣਾ, ਅਤੇ ਉਹਨੂੰ ਗਰਾਊਂਡ ਲੈਵਲ ਦੇ ਉੱਤੇ ਉਸ ਚੀਜ਼ ਨੂੰ ਅਸੀਂ ਲੈ ਕੇ ਆ ਰਹੇ ਹਾਂ ਜੀ। ਤੁਹਾਡੇ ਆਪਣੇ ਪਿੰਡ ਦੇ ਵਿੱਚ ਇੱਕ ਸਟੇਡੀਅਮ ਜਿਹੜਾ ਤੁਸੀਂ ਜ਼ਿਕਰ ਕੀਤਾ ਬਣ ਰਿਹਾ, ਜਦੋਂ ਤੁਹਾਡੇ ਪਿੰਡ ਦੇ ਇੱਕ ਸ਼ਹੀਦ ਹੋਏ ਸੀ ਮਨਜੀਤ ਸਿੰਘ ਜੀ, ਤੇ ਤੁਸੀਂ ਉਸ ਮੌਕੇ 'ਤੇ ਇਹ ਗੱਲ ਕਹੀ ਸੀ ਕਿ ਉਹਨਾਂ ਦੇ ਨਾਮ 'ਤੇ ਕੁਝ ਨਾ ਕੁਝ ਜ਼ਰੂਰ ਬਣਾਇਆ ਜਾਊਗਾ, ਕੀ ਆਸ ਕਰ ਸਕਦੇ ਕਿ ਇਹ ਸਟੇਡੀਅਮ ਜਿਹੜਾ ਆਉਣ ਵਾਲੇ ਸਮੇਂ ਵਿੱਚ ਸ਼ਹੀਦ ਮਨਜੀਤ ਸਿੰਘ ਨੂੰ ਸਮਰਪਿਤ ਕੀਤਾ ਜਾਏਗਾ? ਬਿਲਕੁਲ ਜੀ, ਸਟੇਡੀਅਮ ਉਹ ਸਾਡੇ ਪਿੰਡ ਦਾ ਨਹੀਂ, ਸਾਰੇ ਇੰਡੀਆ ਦਾ ਮਾਣ ਹੈ ਸਾਡਾ ਸ਼ਹੀਦ। ਉਹਦੀ ਜਿਹੜੀ ਕੁਰਬਾਨੀ ਦਾ ਮੁੱਲ ਅਸੀਂ ਕਦੀ ਤਾਰ ਨਹੀਂ ਸਕਦੇ। ਅਤੇ ਜਦੋਂ ਸਟੇਡੀਅਮ ਕੰਪਲੀਟ ਹੋਊਗਾ, ਸਾਰੀਆਂ ਫਾਰਮੈਲਿਟੀਆਂ ਕੰਪਲੀਟ ਹੋਣ ਤੋਂ ਬਾਅਦ ਆਪਾਂ ਜ਼ਰੂਰ ਜਿਹੜੀ ਆਪਾਂ ਗੱਲ ਕੀਤੀ ਹੈ ਉਹ 'ਤੇ ਪਹਿਰਾ ਦੇਵਾਂਗੇ ਜੀ। ਸਰ, ਜਦੋਂ ਆਮ ਆਦਮੀ ਪਾਰਟੀ ਇਹ ਇੱਕ ਜਿਹੜਾ ਵਰਗ ਹੈਗਾ ਜਿਹੜੇ ਟਰਾਲੀਆਂ ਤੇ ਮਿੱਟੀ ਪਾਉਂਦਾ ਜਾਂ ਰੇਤਾ ਪਾਉਣ ਦਾ ਕੰਮ ਕਰ ਰਹੇ ਸੀ, ਉਹ ਵਾਰ-ਵਾਰ ਤੁਹਾਡੇ ਤੱਕ ਪਹੁੰਚ ਕਰ ਰਹੇ ਆ ਤੇ ਉਹਨਾਂ ਨੂੰ ਵਾਰ-ਵਾਰ ਕਿਹਾ ਜਾ ਰਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਹਨਾਂ ਦਾ ਕੋਈ ਪਤਾ ਨਹੀਂ, ਉਹ ਹੱਲ ਹੋਊਗਾ ਉਹਨਾਂ ਦਾ ਕੋਈ? ਉਹਦੀ ਪਾਲਿਸੀ ਆ ਰਹੀ ਹੈ ਜੀ, ਮਾਈਨਿੰਗ ਪਾਲਿਸੀ ਆ ਰਹੀ ਹੈ। ਤੁਸੀਂ ਦੇਖਿਆ ਹੋਣਾ ਵਿਧਾਨ ਸਭਾ 'ਚ ਸਾਡੇ ਮੰਤਰੀ ਸਾਹਿਬ ਬੈਂਸ ਸਾਹਿਬ ਨੇ ਕਿੱਦਾਂ ਪਿਛਲੀ ਸਰਕਾਰਾਂ ਦੇ ਜੋ ਘੁਟਾਲੇ ਕੱਢੇ ਨੇ, ਕਿੰਨੇ ਅਰਬਾਂ ਦੇ ਘੁਟਾਲੇ ਕਰ ਗਏ। ਉਹ ਚੀਜ਼ਾਂ ਨੂੰ ਜਦੋਂ ਖਤਮ ਕਰਨ ਵਾਸਤੇ ਇੱਕ ਨਵੀਂ ਪਾਲਿਸੀ ਬਹੁਤ ਜਲਦ ਆ ਰਹੀ ਹੈ, ਅਤੇ ਉਹਦੇ ਨਾਲ ਜਿਹੜੇ ਸਾਡੇ ਆਪਣੇ ਭਰਾ ਜੀ ਨੇ ਸਾਰੇ ਟਰਾਲੀਆਂ ਵਾਲੇ, ਇਹਨਾਂ ਵਾਸਤੇ ਬਹੁਤ ਰਾਹਤ ਦਾ ਕੰਮ ਸਰਕਾਰ ਦੇ ਵਿੱਚ ਲੈ ਕੇ ਆਂਦਾ ਜਾਵੇਗਾ। ਦੇਖੋ, ਸਾਡਾ ਜਿਹੜਾ ਦਸੂਹੇ ਦਾ ਸਿਵਲ ਹਸਪੀਟਲ ਸਭ ਤੋਂ ਇਲਾਕੇ ਦਾ ਵੱਡਾ ਹਸਪੀਟਲ ਹੈ। ਸਭ ਤੋਂ ਜ਼ਿਆਦਾ ਇੱਥੇ ਟਰੀਟਮੈਂਟ ਹੋ ਰਿਹਾ, ਲੋਕ ਮਰੀਜ਼ ਸਭ ਤੋਂ ਜ਼ਿਆਦਾ ਪੇਸ਼ੈਂਟ ਆਉਂਦੇ ਆ ਉੱਥੇ। ਠੀਕ ਹੈ, ਕਈ ਕਮੀ ਪੇਸ਼ੀਆਂ ਸਰਕਾਰੀ ਹਸਪੀਟਲ ਦੇ ਵਿੱਚ ਹੈਗੀਆਂ ਨੇ। ਅਸੀਂ ਵੀ ਰੋਜ਼ ਜਦੋਂ ਲੋਕ ਸਾਨੂੰ ਫੋਨ ਕਰਦੇ, ਹਰ ਹਫਤੇ ਮੈਂ ਉੱਥੇ ਵਿਜ਼ਿਟ ਕਰ ਰਿਹਾ ਸਿਵਲ ਹਸਪੀਟਲ ਦੇ ਵਿੱਚ। ਹੁਣ ਵੀ ਅਸੀਂ ਮੰਡੇ ਫਿਰ ਜਾ ਰਹੇ ਹਾਂ, ਅਤੇ ਜਿਹੜੀਆਂ ਕਮੀਆਂ ਪੇਸ਼ੀਆਂ ਉੱਥੇ ਬਹੁਤ ਸੀਗੀਆਂ ਕਮੀਆਂ ਪੇਸ਼ੀਆਂ, ਹੌਲੀ ਹੌਲੀ ਕਰਕੇ ਦੂਰ ਕਰਨ ਜਾ ਰਹੇ ਹਾਂ, ਕਰ ਵੀ ਰਹੇ ਹਾਂ, ਅਤੇ ਜਿਹੜੀਆਂ ਰਹਿ ਵੀ ਗਈਆਂ ਹੋਣਗੀਆਂ ਉਹਨੂੰ ਅਸੀਂ ਦੂਰ ਕਰਾਂਗੇ ਜੀ। ਆਉਣ ਵਾਲਾ ਸਮਾਂ ਡੇਂਗੂ ਦਾ ਸਮਾਂ, ਤੇ ਸਾਡੇ ਇਲਾਕੇ ਦੇ ਵਿੱਚ, ਸਾਡਾ ਪੂਰੇ ਹਲਕੇ ਦੇ ਵਿੱਚ ਕਿਤੇ ਵੀ ਸਰਕਾਰੀ ਹਸਪਤਾਲ ਵਿੱਚ ਸੈੱਲ ਬਣਾਉਣ ਵਾਲੀ ਮਸ਼ੀਨ ਨਹੀਂ ਹੈਗੀ। ਲੋਕ ਖੱਜਲ ਖੁਆਰ ਹੁੰਦੇ ਆ, ਕੋਈ ਹੁਸ਼ਿਆਰਪੁਰ ਜਾ ਰਿਹਾ, ਕੋਈ ਜਲੰਧਰ ਜਾ ਰਿਹਾ, ਲੱਖਾਂ ਰੁਪਏ ਲੱਗ ਰਹੇ ਸਿਰਫ ਇੱਕ ਸੈੱਲ ਬਣਾਉਣ ਵਾਲੀ ਮਸ਼ੀਨ ਦੀ ਡਿਮਾਂਡ ਆ। ਲੋਕੀ ਬਹੁਤ ਵਾਰ ਕਰ ਚੁੱਕੇ ਨੇ, ਕੀ ਤੁਸੀਂ ਪੂਰੀ ਕਰੋਗੇ ਡਿਮਾਂਡ? ਇਹਦੇ ਬਾਰੇ ਸ਼ਹਿਰ ਵਾਸੀਆਂ ਨੇ ਸਾਡੇ ਧਿਆਨ ਵਿੱਚ ਲਿਆਂਦਾ ਕਿ ਜਿਹੜੀ ਮਸ਼ੀਨ ਹੈ ਨਹੀਂ ਗੀ ਸੈੱਲ ਬਣਾਉਣ ਵਾਲੀ, ਹੁਸ਼ਿਆਰਪੁਰ ਜਾਣਾ ਪੈਂਦਾ ਲੋਕਾਂ ਨੂੰ। ਉਹ ਮੈਂ ਨੈਕਸਟ ਵੀਕ ਆਪਣੇ ਵੱਲੋਂ ਲਿਖ ਕੇ ਮੰਤਰੀ ਸਾਹਿਬ ਨੂੰ, ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੂੰ, ਕਿਉਂਕਿ ਉਹ ਹੀ ਸਾਡੇ ਹੈਲਥ ਮਿਨਿਸਟਰ ਆ, ਉਹਨਾਂ ਨੂੰ ਦੇ ਕੇ ਆਊਂਗਾ। ਸਾਡੇ ਇਲਾਕੇ ਦੀ ਮੰਗ ਹੈ ਜਿਹੜੀ, ਅਤੇ ਬਹੁਤ ਜਲਦ ਉਹਦਾ ਮੈਂ ਰਿਪਲਾਈ ਤੁਹਾਨੂੰ ਜ਼ਰੂਰ ਦਊਂਗਾ ਜੀ। ਸਰ, ਪਿਛਲੇ ਦਿਨ ਦਸੂਹੇ ਵਿੱਚ ਮੀਟਿੰਗ ਹੋਈ ਹੈ ਜਿਹੜੀ ਲਿਕਰ ਪਾਲਿਸੀ ਲੈ ਕੇ ਆਈ ਹੈ ਆਮ ਆਦਮੀ ਪਾਰਟੀ, ਜਿਹਦੇ ਕਰਕੇ ਜਿਹੜੇ ਦਸੂਹੇ ਵਿੱਚ ਕਰਕੇ ਬਾਕੀ ਸਾਰੇ ਇਲਾਕੇ 'ਚ ਸ਼ਰਾਬ ਸਸਤੀ ਹੋ ਚੁੱਕੀ ਹੈ, ਦਸੂਹੇ 'ਚ ਮਹਿੰਗੀ ਹੈ, ਜਿਹਦਾ ਕਿ ਜਿਹੜੇ ਸ਼ਰਾਬ ਸੇਵਨ ਕਰਨ ਵਾਲੇ ਉਹਨਾਂ ਨੂੰ ਕਮੇਲਾ ਭੁਗਤਣਾ ਪੈਂਦਾ ਹੈ। ਉਹਦਾ ਕੀ ਕਹਿਣਾ ਚਾਹੁੰਦੇ? ਕੋਈ ਨਹੀਂ, ਸਾਰੇ ਠੇਕੇ ਚੜ੍ਹ ਰਹੇ ਆ, ਜਿੰਨੇ ਚੜ੍ਹ ਗਏ ਆ ਉਹ ਲਏ ਵੀ ਆ ਸਾਰਿਆਂ ਨੇ ਬੋਲੀ ਦੇ ਕੇ, ਅਤੇ ਜਿਹੜੀਆਂ ਠੇਕੇ ਰਹਿ ਗਏ ਆ ਦੁਬਾਰਾ ਉਹਦੀ ਬੋਲੀ ਹੋਊਗੀ ਅਤੇ ਦੁਬਾਰਾ ਚੜ੍ਹ ਜਾਣਗੇ। ਕੋਈ ਗੱਲ ਨਹੀਂ, ਬਾਕੀ ਮੈਨੂੰ ਤਾਂ ਪਤਾ ਨਹੀਂ ਹੁਣ ਸ਼ਰਾਬ ਪੀਣ ਵਾਲੇ ਦੇ ਪਰਿਵਾਰਕ ਮੈਂਬਰ ਖਫਾ ਵੀ ਦਿਖਾਈ ਦੇ ਰਹੇ ਕਿ ਸ਼ਰਾਬ ਸਸਤੀ ਹੋ ਗਈ ਆ, ਪੀਣ ਵਾਲਾ ਜ਼ਿਆਦਾ ਪੀ ਗਿਆ, ਇਹਦੇ ਬਾਰੇ ਕੀ ਕਹੋਗੇ? ਇਹ ਤਾਂ ਹੁਣ ਜਿਹੜਾ ਪੀਂਦਾ ਹੈ ਜੀ ਉਹਨੂੰ ਪਤਾ ਹੋ ਸਕਦਾ ਕਿ ਨਾ ਪੀਵੇ। ਅਸੀਂ ਤਾਂ ਸਾਡੇ 'ਚ ਤਾਂ ਕੋਈ ਪੀਂਦਾ ਨਹੀਂ ਗਾ, ਅਤੇ ਜਿਹੜੇ ਪੀਂਦੇ ਆ ਉਹਨਾਂ ਨੂੰ ਵੀ ਇਹੀ ਬੇਨਤੀ ਹੈ ਕਿ ਨਾ ਪੀਆ ਕਰੋ। ਕੋਈ ਗੱਲ ਨਹੀਂ, ਪਾਲਿਸੀਆਂ ਤਾਂ ਬਣਦੀਆਂ ਰਹਿਣੀਆਂ, ਸਸਤੀ ਹੁੰਦੀ ਰਹਿਣੀ, ਮਹਿੰਗੀ ਹੋਣੀ ਹੈ। ਜਿਹਨੇ ਪੀਣੀ ਉਹਨੇ ਪੀਣੀ ਹੈ, ਅਤੇ ਪਰ ਇਹ ਬੇਨਤੀ ਹੈ ਕਿ ਨਾ ਪੀਤੀ ਜਾਵੇ, ਹੈ ਸਿਹਤ ਵਾਸਤੇ ਹਾਨੀਕਾਰਕ ਆ, ਅਤੇ ਨਹੀਂ ਪੀਣੀ ਚਾਹੀਦੀ ਵੈਸੇ ਤਾਂ। ਸਰ, ਜਿਹੜੀ ਅਗਨੀ ਪਰ ਯੋਜਨਾ ਹੈ ਉਹਦਾ ਵੀ ਸਵਾਲ ਪੁੱਛਿਆ ਗਿਆ ਹੈ ਕਿ ਇਹਦਾ ਕੋਈ ਹੱਲ ਹੋਊਗਾ ਜਾਂ ਨੌਜਵਾਨਾਂ ਨੂੰ ਕੀ ਆਉਣ ਵਾਲੇ ਸਮੇਂ ਵਿੱਚ ਕੀ ਜਿਹੜੇ 4 ਸਾਲ ਵਾਸਤੇ ਭਰਤੀ ਕੀਤੀ ਜਾ ਰਹੀ ਹੈ, ਫਿਊਚਰ ਨੂੰ ਰੋਕਿਆ ਕਰੋ ਨੌਜਵਾਨਾਂ ਦਾ ਕੰਢੀ ਦੀ ਜਿਹੜੇ ਖਾਸ ਕਰਕੇ ਪ੍ਰਭਾਵ ਹੋ ਰਿਹਾ ਸਰ? ਇਹ ਇੱਕ ਬਹੁਤ ਗਲਤ ਸਟੈਪ ਸੈਂਟਰ ਦੀ ਗੌਰਮੈਂਟ ਵੱਲੋਂ ਲਿਆ ਗਿਆ, ਅਤੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਉਹਦੇ ਅਗੇਂਸਟ ਮਤਾ ਵੀ ਪਾਇਆ ਗਿਆ ਕਿ ਇਹਨੂੰ ਰੱਦ ਕਰਨਾ ਚਾਹੀਦਾ। ਜਿਹੜਾ ਗਲਤ ਫੈਸਲਾ ਸੈਂਟਰ ਦੀ ਗੌਰਮੈਂਟ ਨੇ ਮਾਣਯੋਗ ਮੋਦੀ ਸਾਹਿਬ ਨੇ ਲਿਆ, ਅਤੇ ਸਿਰਫ 2 MLA ਬੀਜੇਪੀ ਦੇ ਜੋ MLA ਆ ਉਹਨਾਂ ਨੇ ਇਹਦੇ ਹੱਕ ਦੇ ਵਿੱਚ ਵੋਟ ਪਾਈ, ਬਾਕੀ ਸਾਰੇ MLA ਨੇ ਇਹਦੇ ਅਗੇਂਸਟ ਕਿ ਇਹ ਨਹੀਂ ਲਾਗੂ ਹੋਣਾ ਚਾਹੀਦਾ ਕਾਨੂੰਨ, ਉਹਦੇ ਵੋਟ ਪਾਈ ਹੈ। ਬੜੀ ਮਾੜੀ ਗੱਲ ਹੈ। ਆਪਾਂ ਵੀ ਮੋਦੀ ਸਾਹਿਬ ਨੂੰ ਇਹ ਅਪੀਲ ਕਰਦੇ ਹਾਂ ਕਿ ਜਿੱਦਾਂ ਇਹੋ ਜਿਹੇ ਗਲਤ ਸਟੈਪ ਨਹੀਂ ਲੈਣੇ ਚਾਹੀਦੇ। ਸਾਡਾ ਕੰਢੀ ਦਾ ਇਲਾਕਾ ਜ਼ਿਆਦਾ ਆਰਮੀ 'ਤੇ ਡਿਪੈਂਡ ਆ, ਉਹਨਾਂ ਵੱਲ ਖਿਆਲ ਕਰਕੇ ਇਹੋ ਜਿਹੇ ਜਿਹੜੇ ਫੈਸਲੇ ਉਹਨੂੰ ਵਾਪਸ ਲੈਣਾ ਚਾਹੀਦਾ। ਤੁਸੀਂ ਕਿਹਾ ਸੀਗਾ ਕਿ ਚੋਣਾਂ ਦੇ ਵਿੱਚ ਕਿ ਦਸੂਹੇ ਦੇ ਵਿੱਚ ਬਹੁਤ ਵੱਡੀ ਗਊਸ਼ਾਲਾ ਬਣਾਈ ਜਾਵੇਗੀ, ਉਹਦੇ ਬਾਰੇ ਕੀ ਕਹੋਗੇ? ਜਿਵੇਂ ਕਿ ਦੇਖਦੇ ਹੋ ਅਵਾਰਾ ਪਸ਼ੂ ਵੀ ਕਾਫੀ ਫਿਰਦੇ ਆ, ਤੇ ਗਊਸ਼ਾਲਾ ਦੀ ਬਹੁਤ ਵੱਡੇ ਪੱਧਰ ਤੇ ਲੋੜ ਹੈ। ਕੰਢੀ ਦੇ ਵਿੱਚ ਵੀ ਸੜਕਾਂ 'ਤੇ ਬਹੁਤ ਵੱਡੀ ਤਾਦਾਦ ਦੇ ਵਿੱਚ ਤੁਹਾਨੂੰ
ਅਵਾਰਾ ਪਸ਼ੂ ਵਿਕਦੇ ਨੇ, ਇਹਦੇ ਬਾਰੇ ਕੀ ਕਹੋ? ਇਹਦੇ ਬਾਰੇ ਅਸੀਂ ਬਹੁਤ ਜਲਦੀ ਫੈਸਲਾ ਲੈਣ ਜਾ ਰਹੇ ਹਾਂ। ਜਗ੍ਹਾ ਦੀ ਭਾਲ ਹੋ ਚੁੱਕੀ ਹੈ ਤੇ ਆਉਣ ਵਾਲੇ ਦਿਨਾਂ 'ਚ ਇਹਦੇ ਤੇ ਆਪਾਂ ਵਧੀਆ ਤਰੀਕੇ ਨਾਲ ਕਾਰਵਾਈ ਕਰਕੇ ਗਊਸ਼ਾਲਾ ਇੱਥੇ ਜੋ ਬਣਾਉਣ ਦਾ ਸਾਰਿਆਂ ਨੂੰ ਨਾਲ ਲੈ ਕੇ ਯਤਨ ਕਰਾਂਗੇ ਕਿ ਜਿੱਥੇ ਕੋਈ ਸੂਟੇਬਲ ਜਗ੍ਹਾ ਮਿਲੇਗੀ ਸਾਰੀਆਂ ਪ੍ਰਬੰਧ ਵੀ ਉੱਥੇ ਹੋਣੇ ਚਾਹੀਦੇ ਆ ਤੇ ਉਹਨੂੰ ਅਸੀਂ ਬਣਾਵਾਂਗੇ। ਥੈਂਕ ਯੂ ਜੀ, ਧੰਨਵਾਦ।